ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਆਪਾਂ ਪਿਛਲੇ ਲੈਕਚਰ 'ਚ ਇਹ ਵੇਖਾ ਕਿ ਪੇਟੈਂਟ ਨੂੰ ਆਪਾਂ ਫਾਈਲ ਕਿਸ ਤਰ੍ਹਾਂ ਕਰ ਸਕਦੇ ਹਾਂ। ਤੇ ਹੁਣ ਆਪਾਂ ਵੇਖਾਂਗੇ ਕਿ ਜਦੋਂ ਸਾਡੀ ਪ੍ਰਾਇਰ ਆਰਟ ਸਰਚ ਹੋ ਚੁੱਕੀ ਤੇ ਹੁਣ ਆਪਾਂ ਜੇ ਡਿਸੀਸ਼ਨ ਲਿਆ ਹੈ ਕਿ ਮੈਨੂੰ ਪੇਟੈਂਟ ਫਾਈਲ ਕਰਨਾ ਹੈ, ਸਾਨੂੰ ਪੇਟੈਂਟ ਫਾਈਲ ਕਰਨਾ ਹੈ, ਤੇ ਹੁਣ ਆਪਾਂ ਅੱਗੇ ਦਾ ਰਸਤਾ ਕੀ ਹੈ ਉਹਦਾ ਉਹ ਵੇਖਾਂਗੇ। Patents and patent application published by many patent offices are accessible online, thus making it easier to conduct prior art search. ਹੁਣ ਆਪਾਂ ਲਾਸਟ ਲੈਕਚਰ 'ਚ ਵੇਖਿਆ ਸੀ ਕਿ ਕਿਸ ਥੀਸਿਸ ਵੈਬਸਾਈਟ ਹੁੰਦੀ ਹੈ, ਅਖਬਾਰਾਂ ਹੁੰਦੀਆਂ, ਕਿਤਾਬਾਂ ਹੁੰਦੀਆਂ, ਜਰਨਲਸ ਹੁੰਦੀ ਹੈ, ਪ੍ਰੋਸੀਡਿੰਗਸ ਹੁੰਦੀ ਹੈ, ਜਿਹਦੇ ਉੱਤੇ ਜਾ ਕੇ ਆਪਾਂ ਸਰਚ ਕਰ ਸਕਦੇ ਹਾਂ, ਪ੍ਰਾਇਰ ਆਰਟ ਸਰਚ ਕਰ ਸਕਦੇ ਹਾਂ ਕਿ ਜੇ ਪੇਟੈਂਟ ਮੈਨੂੰ ਚਾਹੀਦਾ ਹੈ ਉਸ ਤਰੀਕੇ ਦੀ ਕੋਈ ਇਨਫੋਰਮੇਸ਼ਨ, ਉਹਦੀ ਕੋਈ ਖੋਜ, ਕੋਈ ਪੇਟੈਂਟ ਪਹਿਲੇ ਹੋਇਆ ਹੈ ਕਿ ਨਹੀਂ ਹੋਇਆ ਵਾ। ਤੇ ਇੱਕ ਇਹ ਵੈਬਸਾਈਟ ਹੈਗੀ ਵੀਪੋ, ਜੇ ਵਰਲਡ ਦੀ ਦੁਨੀਆ ਦੀ ਇੱਕ ਵੈਬਸਾਈਟ ਹੈ ਜਿਹਦੇ ਉੱਤੇ ਸਾਰੇ ਪੇਟੈਂਟਸ ਦੀ ਜਾਣਕਾਰੀ ਮਿਲ ਸਕਦੀ ਹੈ। ਉਹ ਜੇ ਪੇਟੈਂਟ ਹੈਗਾ ਉਹ ਜਾਣਕਾਰੀ ਲਈ ਕਈ ਵਾਰੀ ਉਹ ਪੇਟੈਂਟ ਦੀ ਫੀਸ ਵੀ ਹੁੰਦੀ ਹੈ, ਪੇਡ ਸਾਈਟ ਵੀ ਹੁੰਦੀ ਹੈ। ਐਂਡ ਜਦੋਂ ਵੀ ਆਪਾਂ ਕੋਈ ਸਰਚ ਕਰਦੇ ਹਾਂ, ਇੱਕ ਕੁਆਲਿਟੀ ਜਦੋਂ ਆਪਾਂ ਸਰਚ ਕਰਦੇ ਹਾਂ, ਹਾਈ ਕੁਆਲਿਟੀ ਸਰਚ ਕਰਦੇ ਹਾਂ, ਤੇ ਉਹ ਆਸਾਨ ਨਹੀਂ ਹੁੰਦੀ ਹੈ ਕਈ ਵਾਰੀ, ਕਿਉਂਕਿ ਜਦੋਂ ਆਪਾਂ ਸਰਚ ਕਰਦੇ ਹਾਂ ਉਹਦੇ ਵਿੱਚ ਕਿੰਨੀ ਔਥੈਂਟਿਸਿਟੀ ਹੈਗੀ, ਉਹ ਇਨਫੋਰਮੇਸ਼ਨ ਦੀ ਕਿੰਨੀ ਸੱਚਾਈ ਹੈਗੀ, ਉਹ ਸਾਨੂੰ ਭਾਪਣਾ ਕਿ ਸੱਚ ਹੈ ਕਿ ਨਹੀਂ ਹੈ, ਉਹ ਵੀ ਕਾਫੀ ਕਠਿਨ ਹੁੰਦਾ ਹੈ, ਕਾਫੀ ਕੰਪਲੈਕਸ ਹੁੰਦਾ ਹੈ। ਤੇ ਇਸ ਕਰਕੇ ਇੱਕ ਔਥੈਂਟਿਕ ਵੈਬਸਾਈਟ ਦਾ ਮੈਂ ਡਿਸਕਸ਼ਨ ਕੀਤਾ ਇੱਥੇ ਕਿ vipo.int ਇੱਕ ਵੈਬਸਾਈਟ ਹੈ ਜਿਹਦੇ ਉੱਤੇ ਜਾ ਕੇ ਆਪਾਂ ਵੇਖ ਸਕਦੇ ਹਾਂ ਕਿ ਕਿਹੜੇ ਪ੍ਰਕਾਰ ਦੇ ਪੇਟੈਂਟ ਹੋਏ ਹੈ। ਸਾਰੀ ਇਨਫੋਰਮੇਸ਼ਨ ਨਹੀਂ ਦੇ ਸਕਦਾ, ਪਰ ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਹੈ ਔਥੈਂਟਿਕ ਹੁੰਦੀ ਹੈ, ਉਹਦੀ ਇੱਕ ਰਿਲਾਇਬਿਲਿਟੀ ਹੁੰਦੀ ਹੈ ਕਿ ਇਹ ਇਨਫੋਰਮੇਸ਼ਨ ਸਾਰੀ ਸੱਚ ਹੈਗੀ। ਤੇ ਕਠਿਨ ਹੈ ਸਰਚ ਕਰਨਾ, ਪਰ ਜਿਹਦੇ ਆਪਾਂ ਐਕਸਪਰਟੀਜ਼ ਹੋਏ, ਗਿਆਨ ਹੋਏ ਸਾਡੇ ਕੋਲ, ਤੇ ਆਪਾਂ ਨੌਲੇਜ ਤੇ ਐਕਸਪਰਟੀਜ਼ ਦਾ ਯੂਜ਼ ਕਰਕੇ ਆਪਾਂ ਉਹ ਸਰਚ ਕਰ ਸਕਦੇ ਹਾਂ। Patent protection should be applied for as soon as all the information required for drafting the patent application is available. ਹੁਣ ਆਪਾਂ ਇਹ ਵੇਖਿਆ ਸੀ ਲਾਸਟ ਲੈਕਚਰ 'ਚ ਕਿ ਇੱਕ ਤਾਂ ਸ਼ੀਰਸ਼ਕ ਹੋਣਾ ਚਾਹੀਦਾ ਹੈ, ਇੱਕ ਡਰਾਫਟਿੰਗ ਹੋਣੀ ਚਾਹੀਦੀ ਹੈ, ਡਿਸਕਲੋਜ਼ਰ ਹੋਣਾ ਚਾਹੀਦਾ ਹੈ, ਫੀਲਡ ਹੋਣੀ ਚਾਹੀਦੀ ਹੈ। ਇਹ ਸਾਰੀ ਜਦੋਂ ਇਨਫੋਰਮੇਸ਼ਨ ਹੁੰਦੀ ਹੈ ਸਾਡੇ ਕੋਲ ਤਾਂ ਆਪਾਂ ਪੇਟੈਂਟ ਦਾ ਡਰਾਫਟਿੰਗ ਕਰ ਸਕਦੇ ਹਾਂ, ਪੇਟੈਂਟ ਨੂੰ ਫਾਈਲਿੰਗ ਦਾ ਪ੍ਰੋਸੀਜਰ ਆਪਾਂ ਸਟਾਰਟ ਕਰ ਸਕਦੇ ਹਾਂ। ਜਦੋਂ ਆਪਾਂ ਇੱਕ ਚੀਜ਼ ਔਰ ਵੇਖਦੇ ਹਾਂ ਇੱਥੇ ਕਿ ਜਦੋਂ ਮੈਂ ਪੇਟੈਂਟ ਫਾਈਲ ਕਰਦੀ ਹਾਂ ਤੇ ਹਰ ਕੰਟਰੀ ਦੀ, ਹਰ ਦੇਸ਼ ਵਿਦੇਸ਼ ਵਿੱਚ ਇੱਕ ਤਰੀਕਾ ਜਿਹਾ ਹੁੰਦਾ ਹੈ ਪੇਟੈਂਟ ਫਾਈਲ ਕਰਨ ਦਾ, ਉਹ ਹਰ ਕੰਟਰੀ 'ਚ ਅਲੱਗ ਹੁੰਦਾ ਹੈ, ਵੱਖ ਹੁੰਦਾ ਹੈ। ਤੇ ਮੋਸਟ ਆਫ ਦ ਕੰਟਰੀਜ਼ ਵਰਲਡ ਵਾਈਡ ਆਰ ਗ੍ਰਾਂਟਡ ਔਨ ਫਸਟ ਟੂ ਫਾਈਲ ਬੇਸਿਸ। ਜੇ ਪਹਿਲੇ ਆਊਗਾ ਉਹਨੂੰ ਉਹ ਪੇਟੈਂਟ ਪਹਿਲੇ ਮਿਲੂਗਾ। ਜਿਹਦਾ ਦੋ ਆਥਰ ਹੈਗੇ, ਉਹ ਦੋ ਸੇਮ ਪ੍ਰਕਾਰ ਦੇ ਸਿਮਿਲਰ ਇੱਕ ਤਰੀਕੇ ਦਾ ਖੋਜ ਕੀਤੀ ਹੈਗੀ, ਹੁਣ ਜੋ ਪਹਿਲੇ ਉੱਥੇ ਫਾਈਲ ਕਰੂਗਾ ਪੇਟੈਂਟ, ਉਹਨੂੰ ਪਹਿਲੇ ਉਸ ਦੇਸ਼ ਵਿੱਚ ਪਹਿਲੇ ਉਹਨੂੰ ਪੇਟੈਂਟ ਮਿਲ ਸਕਦਾ। ਤਾਂ ਫਸਟ ਟੂ ਫਾਈਲ ਬੇਸਿਸ ਹੁੰਦੀ ਹੈ ਪੇਟੈਂਟ ਗ੍ਰਾਂਟ ਕਰਨ ਲਈ। ਅਤੇ ਸਾਨੂੰ ਜਦੋਂ ਵੀ ਆਪਾਂ ਇਹ ਡਿਸੀਜ਼ਨ ਲਿੱਤਾ ਹੈ ਇਹ ਕਿ ਮੈਨੂੰ ਪੇਟੈਂਟ ਚਾਹੀਦਾ ਹੈ, ਤਾਂ ਆਪਾਂ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਕਿ ਆਪਾਂ ਅੱਜ ਕਰਾਂਗੇ, ਕੱਲ੍ਹ ਕਰਾਂਗੇ। ਜਦੋਂ ਵੀ ਮੈਂ ਡਿਸਾਈਡ ਕਰ ਲਿੱਤਾ ਹੈ ਕਿ ਮੈਨੂੰ ਪੇਟੈਂਟ ਚਾਹੀਦਾ ਹੈ, ਤਾਂ ਮੈਨੂੰ ਫਾਈਲ ਕਰ ਦੇਣਾ ਚਾਹੀਦਾ ਹੈ। ਫਸਟ ਟੂ ਫਾਈਲ ਬੇਸਿਸ ਹੁੰਦੀ ਹੈ, ਕਿਉਂਕਿ ਫਾਈਲਿੰਗ ਐਨ ਐਪਲੀਕੇਸ਼ਨ ਓਨਲੀ ਇਜ਼ ਇੰਪੋਰਟੈਂਟ। ਜਿੱਦਾਂ ਮੈਂ ਕਿਹਾ ਕਿ ਔਨ ਟਾਈਮ ਜਲਦ ਫਾਈਲ ਕਰਨ ਲਈ ਇਸ ਲਈ ਇੰਪੋਰਟੈਂਟ ਹੈਗਾ, ਕਿਉਂਕਿ ਜੇ ਮੇਰੇ ਨਾਲ ਕੋਈ ਮੈਂ ਖੋਜ ਪਹਿਲੇ ਕੀਤੀ ਹੈ ਪਰ ਮੇਰੇ ਨਾਲ ਦਾ ਕੋਈ ਆਥਰ ਹੈਗਾ ਜਿਹਦੇ ਮੇਰੇ ਬਾਅਦ 'ਚ ਖੋਜ ਕੀਤੀ ਹੈ,
सिमिलर खोज की है पर उन्हें पेटेंट पहले फाइल कर लिया तो मेरी खोज फिर ਉਹਦੀ कोई वैलिडिटी नहीं आएगी, ਉਹਦਾ कोई फ़ायदा नहीं आएगा क्योंकि मैं उसके ऊपर पेटेंट नहीं ले सकती हाँ। Applying for patent protection only will generally be useful if you are seeking financial। ਜਦੋਂ ਵੀ ਮੈਨੂੰ ਕੋਈ ਵਿੱਤੀ ਮਦਦ ਚਾਹੀਦੀ ਹੋਏਗੀ ਕਿਸੇ ਕੰਪਨੀ ਦੀ, ਕਿਸੇ ਆਰਗੇਨਾਈਜੇਸ਼ਨ ਦੀ, ਬੈਂਕ ਦੀ, ਤੇ ਜੋ ਪਹਿਲੇ ਜੋ ਆਈਡੀਆ ਦਿੰਦਾ ਹੈ, ਜੋ ਪਹਿਲੇ ਵਿਚਾਰ ਦਿੰਦਾ ਹੈ पेटेंट का विचार, पेटेंट करा होया विचार, तो उन्होंने पहले सपोर्ट मिलता है। इसलिए ये कहा जाता है कि जदों भी तेनू पेटेंट चाहिए है जिन्हों भी वो पेटेंट नू जल्द करके फर्स्ट टू फर्स्ट बेसिस ते वो पेटेंट दी इन्फॉर्मेशन ते फाइलिंग का प्रोसीजर स्टार्ट कर दे। कोई भी हो सकता है, लेखक हो गया, खोज करता हो गया, इन्वेंटर हो जाए ना। ਹੁਣ ਆਪਾਂ ਵੇਖਦੇ ਹਾਂ ਕਿ ਹਾਊ ਟੂ ਅਪਲਾਈ ਫॉर ਪੇਟੈਂਟ ਪ੍ਰੋਟੈਕਸ਼ਨ, ਕਿਸ ਤਰ੍ਹਾਂ ਆਪਾਂ ਅਪਲਾਈ ਕਰ ਸਕਦੇ ਹਾਂ। ਆਪਾਂ ਪ੍ਰਾਇਰ ਆਰਟ ਸਰਚਸ ਪਰਫਾਰਮ, ਸਭ ਤੋਂ ਪਹਿਲਾਂ ਆਪਾਂ ਉਹਦੇ ਬਾਰੇ ਪ੍ਰਾਇਰ ਆਰਟ ਸਰਚ ਕੀਤੀ ਕਿ ਇਸ ਤਰੀਕੇ ਦਾ ਪੇਟੈਂਟ ਕੋਈ ਨਹੀਂ ਹੈ ਤਾਂ ਮੈਂ ਫਾਈਲ ਕਰ ਸਕਦੀ ਹਾਂ। फिर ਆਪਾਂ ਇਹ ਵੇਖਿਆ ਹੈ ਕਿ ਪੇਟੈਂਟ ਆਪਾਂ ਕਿਸ ਦੇਸ਼ ਵਿੱਚ ਕਰਨਾ ਹੈ, ਕਿਸ ਰੀਜਨ ਵਿੱਚ ਕਰਨਾ ਹੈ, ਉਹ ਆਪਾਂ ਪਲਾਨ ਕਰਨਾ ਹੈ। ਮੈਂ ਇੱਕ ਇੰਡੀਆ ਵਿੱਚ ਕਰ ਸਕਦੀ ਹਾਂ ਜਾਂ ਤਾਂ ਫਿਰ ਮੈਂ ਅਮਰੀਕਾ, UK, ਆਸਟ੍ਰੇਲੀਆ, ਜਿੱਥੇ ਵੀ ਮੈਨੂੰ ਚਾਹੀਦਾ ਹੈ ਉੱਥੇ ਮੈਂ ਮੇਰੀ ਪੇਟੈਂਟ ਐਪਲੀਕੇਸ਼ਨ ਫਾਈਲ ਕਰ ਸਕਦੀ ਹਾਂ। ਹਰ ਇੱਕ ਦੇਸ਼ ਦੀ ਪੇਟੈਂਟ ਦੀ ਫੀਸ ਅਤੇ ਪੇਟੈਂਟ ਫਾਈਲ ਕਰਨ ਦਾ ਫਾਰਮ ਵੱਖ-ਵੱਖ ਹੋ ਸਕਦਾ ਹੈ। ਹੁਣ ਆਪਾਂ ਵੇਖਦੇ ਹਾਂ ਕਿ ਹੂ ਵਿਲ ਪ੍ਰਪੇਅਰ ਦਾ ਐਪਲੀਕੇਸ਼ਨ ਕੌਣ ਪ੍ਰਪੇਅਰ ਕਰ ਸਕਦਾ ਹੈ। ज़्यादा तो ज़्यादा ਇਹਦਾ ਹੁੰਦਾ ਹੈ ਕਿ ਇੱਕ ਏਜੰਟ ਹੁੰਦਾ ਹੈ, ਅਟਾਰਨੀ ਹੁੰਦਾ ਹੈ ਜੋ ਸਾਡੇ ਕੋਲ ਫੀਸ ਲੈਂਦਾ ਹੈ ਤੇ ਉਹ ਸਾਰੀ ਐਪਲੀਕੇਸ਼ਨਸ ਫਾਈਲ ਕਰ ਦਿੰਦਾ ਹੈ। ਕਿਉਂਕਿ ਕਈ ਵਾਰੀ ਐਸਾ ਹੁੰਦਾ ਹੈ ਕਿ ਉਹ ਕੰਪਲੈਕਸ ਹੁੰਦੀ ਹੈ, ਕਠਿਨ ਹੁੰਦੀ ਹੈ, ਇੰਨੀ ਆਸਾਨ ਨਹੀਂ ਹੁੰਦੀ ਹੈ ਪੇਟੈਂਟ ਫਾਈਲ ਕਰਨੇ ਦੀ ਇਨਫੋਰਮੇਸ਼ਨ। ਤਾਂ ਇਸ ਕਰਕੇ ਉਹ ਜੇ ਏਜੰਟ ਹੁੰਦਾ ਹੈ ਜਾਂ ਅਟਾਰਨੀ ਹੁੰਦਾ ਹੈ ਉਹ ਫਾਈਲ ਕਰ ਦਿੰਦਾ ਹੈ। ਜਿੱਦਾਂ ਮੈਂ ਆਲਰੇਡੀ ਕਿਹਾ ਕਿ ਵੱਖ-ਵੱਖ ਦੇਸ਼ 'ਚ ਪੇਟੈਂਟ ਦੀ ਆਫਿਸ ਅਤੇ ਪੇਟੈਂਟ ਫਾਈਲ ਕਰਨ ਦਾ ਤਰੀਕਾ ਅਤੇ ਪ੍ਰੋਸੀਜਰ ਵੱਖ ਹੋ ਸਕਦਾ ਹੈ। ਨੋਟ that there may be important variation between countries and it is always best to check with the patent office of the relevant country or a patent law firm in the relevant country to obtain up-to-date information on procedure and applicable fees। ਜਿੱਦਾਂ ਮੈਂ ਕਿਹਾ ਕਿ ਫੀਸ ਅਤੇ ਤਰੀਕਾ ਦੋ ਸਾਰੇ ਦੇਸ਼ਾਂ ਵਿੱਚ ਪੇਟੈਂਟ ਦਾ ਵੱਖ ਹੁੰਦਾ ਹੈ, ਹੋ ਸਕਦਾ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਜਿੱਥੇ ਵੀ ਸਾਨੂੰ ਪੇਟੈਂਟ ਫਾਈਲ ਕਰਨਾ ਹੈ, ਜਿਹਦੇ ਵੀ ਦੇਸ਼ 'ਚ ਫਾਈਲ ਕਰਨਾ ਹੈ, ਉਸ ਦੇਸ਼ 'ਚ ਆਫਿਸ ਵਿੱਚ ਜਾ ਕੇ ਆਪਾਂ ਸਾਰੀ ਇਨਫੋਰਮੇਸ਼ਨ ਕਲੈਕਟ ਕਰ ਲਾਂ, ਗੈਦਰ ਕਰ ਲੈਣੀ ਚਾਹੀਦੀ ਹੈ ਕਿ ਸਾਨੂੰ ਕੀ ਇਨਫੋਰਮੇਸ਼ਨ ਦੀ ਕਿੰਨੀ ਫੀਸ ਦੀ ਜ਼ਰੂਰਤ ਪਊਗੀ ਅਤੇ ਉਸ ਤੋਂ ਬਾਅਦ ਆਪਾਂ ਪੇਟੈਂਟ ਦੀ ਫਾਈਲਿੰਗ ਦੀ ਪ੍ਰੋਸੀਜਰ ਨੂੰ ਸਟਾਰਟ ਕਰਾਂਗੇ। ਵੈਨ ਸ਼ੁੱਡ ਯੂ ਫਾਈਲ ਅ ਪੇਟੈਂਟ ਐਪਲੀਕੇਸ਼ਨ। ਹੁਣ ਕਦੋਂ ਸਾਨੂੰ ਇਹ ਪੇਟੈਂਟ ਦੀ ਐਪਲੀਕੇਸ਼ਨ ਫਾਈਲ ਕਰਨੀ ਚਾਹੀਦੀ ਹੈ? ਜਦੋਂ ਸਾਡੇ ਕੋਲ ਡਰਾਫਟਿੰਗ, ਇੱਕ ਕੱਚਾ ਚਿੱਠਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਬਲੂ ਪ੍ਰਿੰਟ ਰੈਡੀ ਹੈਗੀ ਸਾਰੀ ਕੀ ਸਾਰੀ, ਤਾਂ ਤਦੋਂ ਆਪਾਂ ਫਾਈਨਲ ਡਰਾਫਟਿੰਗ ਕਰ ਸਕਦੇ ਹਾਂ। ਫਾਈਲਿੰਗ ਕਰ ਸਕਦੇ ਹਾਂ ਅਤੇ ਫਾਈਲਿੰਗ ਐਂਡ ਐਪਲੀਕੇਸ਼ਨ ਓਨਲੀ ਇਜ਼ ਇੰਪੋਰਟੈਂਟ, ਜਲਦ ਕਰਨੀ ਚਾਹੀਦੀ ਆ। ਉਹਦੇ ਵਿੱਚ ਇਹ ਹੈ ਕਿ ਸਾਨੂੰ ਇਹ ਖਤਰਾ ਨਹੀਂ ਰਹਿ ਜਾਂਦਾ ਕਿ ਦੂਜਾ ਕੋਈ ਬੰਦਾ ਵੀ ਸੇਮ ਪ੍ਰਕਾਰ ਦਾ ਫਾਈਲਿੰਗ ਕਰ ਚੁੱਕਿਆ ਹੈ ਕਿ ਕਰ ਸਕਦਾ ਹੈ। ਹੁਣ ਜਦੋਂ ਮੈਂ ਐਪਲੀਕੇਸ਼ਨ ਫਾਈਲ ਕੀਤੀ ਆ, ਮੈਨੂੰ 12 ਮੰਥਸ ਦਾ ਇੱਕ 12 ਮਹੀਨੇ ਦਾ ਇੱਕ ਐਪਲੀਕੇਸ਼ਨ ਜਿਹਨੂੰ ਕਹਿੰਦੇ ਹੈ ਕਿ ਆਪਾਂ ਕਹਿ ਸਕਦੇ ਹਾਂ ਇੱਕ ਪੀਰੀਅਡ ਮਿਲਿਆ ਹੋਇਆ ਹੈ। Once you have filed your application in one country or region, you normally have 12 months to file an application for the same invention in all the countries of interest to your business in order to enjoy the benefit। ਹੁਣ ਇਹਦਾ ਹੋ ਸਕਦਾ ਹੈ ਕਿ ਮੈਂ ਇੱਕ ਐਪਲੀਕੇਸ਼ਨ ਮੈਂ ਫਾਈਲ ਕੀਤੀ ਆ ਪੇਟੈਂਟ ਦੀ ਇੰਡੀਆ 'ਚ, ਅਤੇ ਮੈਨੂੰ ਲੱਗਦਾ ਹੈ ਕਿ ਜੋ ਮੇਰਾ ਪੇਟੈਂਟ ਹੈ, ਜੋ ਮੇਰੀ ਖੋਜ ਹੈ, ਉਹ ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਵੀ ਯੂਜ਼ਫੁਲ ਹੋਣਗੇ, ਉਹਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਤੇ ਮੈਂ 12 ਮਹੀਨੇ ਦੇ ਵਿੱਚ ਜੇ ਮੈਂ ਇੰਡੀਆ 'ਚ ਜੇ ਮੈਂ ਜਨਵਰੀ 2021 ਵਿੱਚ ਫਾਈਲ ਕੀਤਾ ਹੈ ਅਤੇ ਮੈਂ ਦਸੰਬਰ 2021 ਤੱਕ ਕਿਸੇ ਔਰ ਕੰਟਰੀ, ਕਿਸੇ ਔਰ ਦੇਸ਼ ਵਿੱਚ ਵੀ ਪੇਟੈਂਟ ਫਾਈਲ ਕਰ ਸਕਦੀ ਹਾਂ।
This may be a problem if the cost of applying in various countries and paying the maintenance fees are too high. ਹਾਂ, ਜਦੋਂ ਵੀ ਮੈਂ ਪੇਟੈਂਟ ਇੱਕ ਦੇਸ਼ ਤੋਂ ਵੱਧ ਕਰਦੀ ਹਾਂ ਤਾਂ ਉਹਦੇ ਉੱਤੇ ਮੈਨੂੰ ਜੇ ਫੀਸ ਹੋਊਗੀ ਉਹ ਮੈਨੂੰ ਪੇ ਕਰਨ ਪਾਊਗੀ ਅਤੇ ਉਹ ਇੱਕ ਪ੍ਰੋਬਲਮ ਹੋ ਸਕਦੀ ਆ। ਪਰ ਜੇ ਮੈਨੂੰ ਸਾਰੇ ਬੈਨੀਫਿਟਸ ਚਾਹੀਦੇ ਆ ਤਾਂ ਮੈਨੂੰ ਦੂਜੇ ਕੰਟਰੀ ਵਿੱਚ ਵੀ ਦੂਜੇ ਦੇਸ਼ਾਂ ਵਿੱਚ ਵੀ ਪੇਟੈਂਟ ਫਾਈਲ ਕਰਨਾ ਚਾਹੀਦਾ ਹੈ। One way of mitigating this problem is by postponing the payments of translation and national fees for a period of 30 months by using Patent Cooperation Treaty। ਇੱਕ ਟਰੀਟੀ ਹੁੰਦੀ ਹੈ Patent Cooperation Treaty ਜਿਹਦੇ ਤਹਿਤ ਆਪਾਂ ਜੇ ਫੀਸ ਹੈਗੀ ਉਹ ਆਪਾਂ 30 ਮਹੀਨੇ ਤੱਕ ਪੋਸਟਪੋਨ ਕਰ ਸਕਦੇ ਹਾਂ ਕਿ ਮੈਂ ਅੱਜ ਨਹੀਂ, ਮੈਂ ਅੱਜ ਤੋਂ ਲੈ ਕੇ 24ਵੇਂ ਮਹੀਨੇ ਤੇ 25ਵੇਂ ਮਹੀਨੇ 30ਵੇਂ ਮਹੀਨੇ ਤੱਕ ਵੀ ਮੈਂ ਉਹ ਫੀਸ ਪੇ ਕਰ ਸਕਦੀ ਹਾਂ। ਇੱਕ ਦੂਜੀ ਵੀ ਇੰਪੋਰਟੈਂਟ ਚੀਜ਼ ਹੈ, ਜ਼ਰੂਰੀ ਚੀਜ਼ ਇਹ ਹੈਗੀ ਕਿ ਜਦੋਂ ਮੈਂ ਪੇਟੈਂਟ ਦੀ ਇਨਫੋਰਮੇਸ਼ਨ ਫਾਈਲ ਕਰ ਚੁੱਕੀ ਹਾਂ ਤਾਂ ਮੈਨੂੰ ਇੱਕ ਚੀਜ਼ ਧਿਆਨ ਰੱਖੇ ਕਿ ਉਹ ਮੈਨੂੰ ਫਾਈਲ ਕਰਨ ਦੇ ਬਾਅਦ ਮੈਨੂੰ ਪਬਲਿਕ ਵਿੱਚ ਕਦੋਂ ਡਿਸਕਲੋਜ਼ ਕਰਨੀ ਹੈ, ਇਹ ਇਨਫੋਰਮੇਸ਼ਨ ਕਦੋਂ ਮੈਨੂੰ ਲੋਕਾਂ ਨੂੰ ਬਤਾਉਣੀ ਹੈ ਕਿ ਮੈਂ ਇਹ ਪੇਟੈਂਟ ਲਿਆ ਹੈ। ਉਹ ਬਤਾਉਣਾ ਜ਼ਰੂਰੀ ਹੈ ਬਹੁਤ ਜ਼ਿਆਦਾ, ਤਾਂ ਕਿ ਦੂਜਾ ਕੋਈ ਵੀ ਪਰਸਨ, ਦੂਜਾ ਕੋਈ ਵੀ ਬੰਦਾ, ਦੂਜੀ ਕੋਈ ਵੀ ਕੰਪਨੀ ਮੇਰੀ ਸੇਮ ਪੇਟੈਂਟ, ਮੇਰੇ ਪ੍ਰਕਾਰ ਦੀ ਪੇਟੈਂਟ ਦੂਜਾ ਨਾ ਲੈ ਸਕੇ। ਮੇਰੇ ਪ੍ਰਕਾਰ ਦੀ ਖੋਜ, ਮੇਰੀ ਨਕਲ ਕਰਦੇ, ਮੇਰੀ ਖੋਜ ਦੀ ਨਕਲ ਕੋਈ ਦੂਜਾ ਬੰਦਾ ਨਾ ਕਰ ਸਕੇ। ਇੱਕ ਦੂਜੀ ਚੀਜ਼ ਹੁੰਦੀ ਹੈ ਗ੍ਰੇਸ ਪੀਰੀਅਡ। ਗ੍ਰੇਸ ਪੀਰੀਅਡ ਹੁੰਦਾ ਹੈ ਕਿ ਮੈਨੂੰ 6 ਤੋਂ 12 ਮਹੀਨੇ। The legislation of some countries provide a grace period for the moment an invention was disclosed by the inventor or the applicant until the application is filed in which the invention does not lose its patentability। ਹੁਣ ਫਰਜ਼ ਕਰੋ ਕਿ ਮੈਂ 1 ਜਨਵਰੀ 2021 ਨੂੰ ਇੱਕ ਪੇਟੈਂਟ ਫਾਈਲ ਕੀਤਾ ਹੈ, ਮੈਨੂੰ ਉਹ ਮਿਲਿਆ ਕਦੋਂ 31 ਦਸੰਬਰ 2021। ਹੁਣ ਜੇ ਪੀਰੀਅਡ ਹੁੰਦਾ ਹੈ, ਜੇ ਉਹ ਟਾਈਮ ਸਮਾਂ ਹੈਗਾ ਜੋ ਇੱਕ ਸਾਲ ਦਾ, ਉਹਦੇ ਵਿੱਚ ਜੇ ਦੂਜਾ ਬੰਦਾ ਕੋਈ ਸੇਮ ਟਾਈਪ ਦਾ ਪੇਟੈਂਟ ਅਪਲਾਈ ਕਰੇ ਅਤੇ ਉਹਨੂੰ ਪੇਟੈਂਟ ਮਿਲ ਜਾਓ, ਫਿਰ ਮੇਰੇ ਪੇਟੈਂਟ ਦਾ ਕੀ ਹੋਊਗਾ। ਇਸ ਕਰਕੇ ਗ੍ਰੇਸ ਪੀਰੀਅਡ ਦਿੱਤਾ ਜਾਂਦਾ ਹੈ ਅਤੇ ਇਹ ਗ੍ਰੇਸ ਪੀਰੀਅਡ ਜੋ ਹੁੰਦਾ ਹੈ 12 ਮਹੀਨੇ ਦਾ, 6 to 12 ਮੰਥਸ ਦਾ ਜੇ ਗ੍ਰੇਸ ਪੀਰੀਅਡ ਹੁੰਦਾ ਹੈ ਉਹ ਇਸ ਤਰੀਕੇ ਦਾ ਹੁੰਦਾ ਹੈ ਕਿ ਕੋਈ ਵੀ ਖੋਜ ਕਰਦਾ ਹੈ, ਜੇ ਪੇਟੈਂਟ ਲੈਣਾ ਚਾਹੁੰਦਾ ਹੈ ਉਹਨੂੰ ਇਹ 12 ਮਹੀਨੇ ਦਿਏ ਗਏ ਹੈ ਕਿ ਤੁਹਾਡੇ ਕੋਲ ਇਹ 12 ਮਹੀਨੇ ਤੱਕ ਤੁਸੀਂ ਤੁਹਾਡਾ ਪੇਟੈਂਟ ਦੀ ਜਾਣਕਾਰੀ ਪਬਲਿਕ ਵਿੱਚ ਡਿਸਕਲੋਜ਼ ਕਰ ਸਕਦੇ ਹੋ। A company may disclose its invention, for example, by displaying it in a trade show, publishing it in a company catalog or technical info। ਹੁਣ ਜਦੋਂ ਮੈਂ ਪਬਲਿਕ ਨੂੰ ਬਤਾਉਣਾ ਚਾਹੁੰਦੀ ਹਾਂ ਕਿ ਮੈਂ ਇੱਕ ਤਰੀਕੇ ਦਾ ਪੇਟੈਂਟ ਲਿਆ ਤਾਂ ਮੈਂ ਕਿਸ ਤਰ੍ਹਾਂ ਬਤਾ ਸਕਦੀ ਹਾਂ। ਮੈਂ ਕਿਸੇ ਟ੍ਰੇਡ ਸ਼ੋ ਵਿੱਚ ਬਤਾ ਸਕਦੀ ਹਾਂ, ਡਿਸਕਲੋਜ਼ ਕਰ ਸਕਦੀ ਹਾਂ, ਪਬਲਿਸ਼ ਕਰ ਸਕਦੀ ਹਾਂ। ਕੰਪਨੀ ਦੇ ਜੇ ਕੰਪਨੀ ਰਿਲੇਟਡ ਕੋਈ ਇਨਫੋਰਮੇਸ਼ਨ ਹੈ ਤਾਂ ਮੈਂ ਉਹਨੂੰ ਕੰਪਨੀ ਕੈਟਾਲੌਗ 'ਚ ਪਬਲਿਸ਼ ਕਰ ਸਕਦੀ ਹਾਂ। ਕਿਸੇ ਜਰਨਲ ਵਿੱਚ ਵੀ ਮੈਂ ਇਸ ਤਰੀਕੇ ਦੀ ਇਨਫੋਰਮੇਸ਼ਨ ਨੂੰ ਪਬਲਿਸ਼ ਕਰ ਸਕਦੀ ਹਾਂ। ਅਤੇ ਇਹ ਹੁੰਦਾ ਹੈ ਗ੍ਰੇਸ ਪੀਰੀਅਡ, ਅਤੇ 12 ਮਹੀਨੇ ਤੱਕ ਦਾ ਗ੍ਰੇਸ ਪੀਰੀਅਡ ਹੁੰਦਾ ਜਿਸ ਵਿੱਚ ਕੋਈ ਵੀ ਜੋ ਪੇਟੈਂਟ ਓਨਰ ਹੈ, ਜਿਹਨੂੰ ਪੇਟੈਂਟ ਚਾਹੀਦਾ ਹੈਗਾ, ਉਹ ਉਸ ਸਮੇਂ ਸੀਮਾ ਵਿੱਚ ਲੋਕੀ ਤੱਕ ਸਾਡਾ ਮੈਸੇਜ ਪਹੁੰਚਾ ਸਕਦਾ ਹੈ ਕਿ ਆਪਾਂ ਇਸ ਤਰੀਕੇ ਦਾ ਕੋਈ ਪੇਟੈਂਟ ਫਾਈਲ ਕੀਤਾ ਹੈ, ਆਪਾਂ ਇਸ ਤਰੀਕੇ ਦਾ ਕੋਈ ਪੇਟੈਂਟ ਲੈਣ ਵਾਲੇ ਹੈ ਅਤੇ ਲੈ ਸਕਦੇ ਹੈ। ਅੱਗੇ ਆਪਾਂ ਵੇਖਾਂਗੇ ਕੁਝ ਕੇਸ ਸਟੱਡੀਜ਼ ਜਿਹਦੇ ਉੱਪਰ ਕਿਸ ਤਰੀਕੇ ਨਾਲ ਪੇਟੈਂਟ ਇਨਫਰਿੰਜਮੈਂਟ, ਜਿਹਦਾ ਕਾਪੀ ਨਕਲ ਹੋਈ ਹੈ ਪੇਟੈਂਟ ਦੇਣ ਤੋਂ ਬਾਅਦ ਵੀ ਜੇ ਹੋਈ ਹੈ ਤਾਂ ਆਪਾਂ ਕਿਸ ਤਰ੍ਹਾਂ ਦੀ ਉਹਦੀ ਰੋਕਥਾਮ ਆਪਾਂ ਕਰ ਸਕਦੇ ਹਾਂ, ਉਹ ਆਪਾਂ ਵੇਖਾਂਗੇ ਨੈਕਸਟ ਲੈਕਚਰ ਵਿੱਚ। ਥੈਂਕ ਯੂ।